ਨਾਲ ਕੁਝ ਗੱਲਾਂ ਕਰਨਾ ਚਾਹੁੰਦਾ ਜੋ ਤੁਸੀਂ ਸਵਾਲ ਕੀਤੇ ਨੇ। ਇਹ ਸੋਸ਼ਲ ਮੀਡੀਆ ਦੇ ਉੱਪਰ ਆਏ ਨੇ ਔਰ ਕਈ ਰੋਜ਼ ਹੀ ਬਹੁਤ ਲੋਕ ਮੈਨੂੰ ਕਈ ਸਵਾਲ ਕਰਦੇ ਨੇ। ਉਹਨਾਂ ਤੋਂ ਥੋੜ੍ਹੇ ਜਿਹੇ ਚੁਣ ਕੇ ਮੈਂ ਰੱਖੇ ਨੇ ਜਿਹੜੇ ਮੈਂ ਉਹਨਾਂ ਦਾ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਪਰ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਕਰਨਾ ਚਾਹੁੰਦਾ ਕਿ ਇੱਕ ਕਾਫੀ ਦਿਨਾਂ ਤੋਂ ਗੱਲ ਚੱਲ ਰਹੀ ਸੀ कि ਜਿਹੜੇ ਬੱਚੇ ਪੜ੍ਹ ਰਹੇ ਨੇ ਉਹਨਾਂ ਦੇ ਇਮਤਿਹਾਨ ਨਹੀਂ ਹੋ ਰਹੇ और कैसे ਅੱਗੇ ਪ੍ਰਮੋਸ਼ਨ कैसे ਹੋਏਗੀ वगैरह। ਅਸੀਂ ਅੱਜ फैसला कर लिता कि 5ਵੀਂ 8ਵੀਂ और 10ਵੀਂ ਦੇ ਕੋਈ ਇਮਤਿਹਾਨ ਨਹੀਂ ਹੋਣੇ, ਬੱਚੇ ਸਾਰਿਆਂ ਨੂੰ ਪਾਸ ਕੀਤਾ ਜਾਵੇਗਾ। और 12ਵੀਂ ਜਿਹੜੀ ਹੈ ਉਹ ਜੋ ਸੈਂਟਰ ਗਵਰਨਮੈਂਟ ਦੀ ਕਿਉਂਕਿ ਅੱਧੇ ਤੋਂ ਜ਼ਿਆਦਾ ਉਹਨਾਂ ਦੇ ਇਮਤਿਹਾਨ ਹੋ ਚੁੱਕੇ ਨੇ, ਜੋ ਫੈਸਲਾ ਗਵਰਨਮੈਂਟ ਆਫ ਇੰਡੀਆ ਕਰੇਗੀ CBSE ICSE ਜੋ ਵੀ ਹੈ ਉਹ ਸਾਰਾ ਕੁਛ ਉਦੋਂ ਅਸੀਂ ਉਹਦੇ ਬਾਰੇ ਤੁਹਾਨੂੰ ਦੱਸਾਂਗੇ। ਲੇਕਿਨ ਮੈਂ ਐਲਾਨ ਕਰਨਾ ਚਾਹੁੰਦਾ ਸੀ ਕਿਉਂਕਿ ਇਹ ਸਵਾਲ ਆਉਂਦੇ ਰਹਿੰਦੇ ਨੇ ਮੇਰੇ ਕੋਲ, ਤਾਂ ਜ਼ਰੂਰੀ ਹੈ ਕਿ ਇਸ ਸਮੇਂ ਤਾਂ ਕਿ ਬੱਚਿਆਂ ਨੂੰ ਪਤਾ ਹੋਏ ਕਿ ਅੱਗੇ ਉਹਨਾਂ ਦਾ ਕੀ ਬਣਨਾ ਹੈ ਔਰ ਕਿੱਥੇ ਕਿਹੜੇ ਕਲਾਸਾਂ ਦੇ ਵਿੱਚ ਜਾਣਗੇ। ਹੋਰ ਜਿਹੜੇ ਤੁਸੀਂ ਸਵਾਲ ਕੁਛ ਕੀਤੇ ਨੇ, ਇੱਕ ਤਾਂ ਕਿ ਹੈ ਕਿ ਜਿਹੜੇ ਲੋਕ ਹੁਣ ਆਪਣੇ ਘਰਾਂ ਨੂੰ ਜਾ ਰਹੇ ਨੇ, ਕੋਈ ਬਿਹਾਰ ਜਾ ਰਿਹਾ, ਕੋਈ ਝਾਰਖੰਡ, ਕੋਈ ਉੜੀਸਾ, ਕੋਈ UP ਵਗੈਰਾ, अगर ये जा रहे ने तो साढ़े इंडस्ट्री तो एग्रीकल्चर का की होगा और आप कैसे उन्होंने रोक सकते हैं। देखो जोड़ा कोई दूर है घर चों, अज बड़े पंजाबी आना चाहते हैं वापस जोड़े दूजे सूबे बैठे ने, क्योंकि हर बंदे की ख्वाहिश होंगी है कि असी अपने घर जाइए। खास करके जब औखी घड़ी है जैसे हुण पंजाब लंघ रहा है, वो आना चाहते हैं वापस अपने घर अपने परिवारों को मिलने लई। असी आपां नूं कैसे रोक सकते हैं उन्होंने? तो जिन्होंने कहा कि असी जाना चाहते हैं, ਅਸੀਂ ਤਾਂ ਉਹਨਾਂ ਵਾਸਤੇ ਟ੍ਰੇਨਾਂ ਵੀ ਕੀਤੀਆਂ ਨੇ। ਕਿਉਂ ਕੀਤੀਆਂ ਨੇ ਟ੍ਰੇਨਾਂ ਅਸੀਂ? ਕਿਉਂਕਿ ਜਿਹੜਾ ਬੰਦਾ ਆਪਣਾ ਰੋਟੀ ਨਹੀਂ ਖਾ ਸਕਦਾ, ਜਿਨ੍ਹਾਂ ਨੂੰ ਅਸੀਂ ਰੋਟੀ ਆਪ ਦੇ ਰਹੇ ਹਾਂ, ਪੰਜਾਬ ਸਰਕਾਰ ਦੇ ਰਹੀ ਹੈ ਉਹਨਾਂ ਨੂੰ, ਉਹ ਕਿੱਥੋਂ ਆਪਣਾ ਟਿਕਟ ਲਊਗਾ ਅੱਗੇ ਜਾਣ ਵਾਸਤੇ ਆਪਣੇ ਘਰ? ਉਸ ਲਈ ਅਸੀਂ ਟ੍ਰੇਨਾਂ ਵੀ ਕੀਤੀਆਂ ਨੇ। ਲੇਕਿਨ ਇੰਨੀ ਖੁਸ਼ੀ ਮੈਂ ਤੁਹਾਨੂੰ ਦੱਸ ਸਕਦਾ ਹੋਈ ਹੈ ਕਿ ਜਿਹੜੀ ਅੱਜ ਟ੍ਰੇਨਾਂ ਜਾਣੀਆਂ ਸੀਆਂ ਉਹਨਾਂ ਦੇ ਵਿੱਚੋਂ 35% ਜਿਨ੍ਹਾਂ ਨੇ ਨਾਮ ਦਿੱਤੇ ਸੀ ਜਾਣ ਵਾਸਤੇ ਉਹ ਨਹੀਂ ਗਏ। ਉਹਦਾ ਮਤਲਬ ਕਿ ਉਹ ਹੁਣ ਸਮਝਦੇ ਨੇ ਕਿ ਪੰਜਾਬ ਦੀ ਇੰਡਸਟਰੀ ਦੇ ਵਿੱਚ ਉਹ ਕੰਮ ਕਰਨਾ ਚਾਹੁੰਦੇ ਨੇ, ਜਾਂ ਪੰਜਾਬ ਦੀ ਹੁਣ ਫਸਲ ਲੱਗਣੀ ਅਗਲੀ ਉਹਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ। ਇਹ ਖੁਸ਼ੀ ਦੀ ਬਾਤ ਹੈ। ਔਰ ਮੈਂ ਸਮਝਦਾ ਕਿ ਹੋਰ ਵੀ ਇਹਨਾਂ ਵਿੱਚੋਂ, ਕਿਉਂਕਿ 13 ਲੱਖ ਆਪਣੇ ਕੋਲ ਮਾਈਗਰੈਂਟ ਵਰਕਰ ਹੈ ਔਰ 13 ਲੱਖ ਦੇ ਵਿੱਚੋਂ ਅਗਰ ਅੱਧੇ ਤੋਂ ਜ਼ਿਆਦਾ ਰੁਕ ਜਾਣ, ਪੰਜਾਬ ਦੇ ਹਾਲਾਤ ਬਹੁਤ ਸੁਧਰ ਜਾਣਗੇ। ਇਹ 13 ਲੱਖ ਵਿੱਚੋਂ ਸਿਰਫ 10 ਲੱਖ ਨੇ ਆਪਣੇ ਨਾਮ ਦਿੱਤੇ ਸੀ, ਉਹਨਾਂ 'ਚੋਂ 35% ਨੇ ਕਿਹਾ ਕਿ ਅਸੀਂ ਨਹੀਂ ਜਾਣਾ। तो देख लो अद्धो अद्ध तकरीबन हो गया। वो साढ़े खेतीबाड़ी वास्ते भी और साढ़े इंडस्ट्री वास्ते भी यदा भला है। फिर तुसी कहा सी कि कई असी फसे हुए हैं बाहरले मुल्कों के विच और असी आना चाहते हैं। हुण कैसे आई है? क्योंकि COVID-19 आ गई। इस बारे गवर्नमेंट ऑफ इंडिया ने हुण फैसले कर लेते हैं। 4 इंडियन नेवल के शिप्स जिहड़े ने, समुद्री जहाज़ जिहड़े ने, ਉਹ ਹੁਣ ਗਲਫ ਸਟੇਟਾਂ ਦੇ ਵਿੱਚ ਉੱਥੇ ਗਏ ਹੋਏ ਨੇ ਬੰਦਿਆਂ ਨੂੰ ਲੈਣ ਵਾਸਤੇ। ਔਰ ਜਿਹੜੇ ਏਅਰ ਇੰਡੀਆ ਦੇ ਹੀ ਹੋਰ ਜਹਾਜ਼ਾਂ ਦਾ ਤਾਂ ਮੈਨੂੰ ਨਹੀਂ ਪਤਾ, ਲੇਕਿਨ ਏਅਰ ਇੰਡੀਆ ਦੇ 74 ਫਲਾਈਟਸ ਬੁੱਕ ਕੀਤੀਆਂ ਨੇ ਸਾਰੀ ਦੁਨੀਆ 'ਚੋਂ ਆਪਣੇ ਜਿਹੜੇ ਹਿੰਦੁਸਤਾਨੀ ਵਾਪਸ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਲੈ ਕੇ ਆਉਣ ਵਾਸਤੇ। तो ये मैंने पता है दूसरे भी मेरा ख्याल एयरलाइंस वगैरह गवर्नमेंट ऑफ इंडिया वरतेगी और सारे जिथे साढ़े लोग बैठे ने उन्होंने लियाउण की कोशिश करेंगे। ऐसे इसी तरीके नाल UK अपने बंदियां नूं उरों लै गई, मलेशिया अपने बंदियां नूं उरों हिंदुस्तान तो लै गए ने। उसी तरीके नाल असीं अपने लोगों नूं जिहड़े आउणा चाहुंदे ने उत्थों लै के आउण वास्ते तैयारी कर रहे हैं। तुसीं फिर ये भी पुछया मैनूं कि टैसट आपां ज़्यादा क्यों नहीं करते? साधन नहीं अपने कोल। साधन इस मतलब सब लैबोरेटरियां नहीं, साढ़े ये नहीं कि पैसे नहीं है, लैबोरेटरियां नहीं। हुण लैबोरेटरियां जब शुरू होया सी कोविड, साढ़े कोल या तो मैडिकल कॉलेज अमृतसर या मैडिकल कॉलेज पटियाला या PGI चंडीगढ़, 3 जगह होंदे सी। और वो भी 400 और मेरा 300, कोई 1100 के करीब। और अपनी आबादी कितनी है? 32 मिलियन, 3.2 करोड़। तो 1100 नाल तो कुछ भी नहीं। इस वेले भी असी 2500 ते पहुँचे हुए हैं और ये मेरा ख्याल जून तक असी 8000 तक ले जाएंगे। पर 8000 भी कुछ नहीं, जिस तरीके की आबादी है साड़ी। सानू तो ये तुसी सुनते होने हो टेलीविजन पर, जब ये माहर आउंदे ने टेलीविजन पर यही कहते हैं, टेस्ट 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 अगेन एंड कीप टेस्टिंग। क्योंकि टेस्टिंग नाल ही पता लगता है कि किन्नी साढ़े इत्थे फैलिया हुआ काम। और ये सारे हिंदुस्तान, सिर्फ पंजाब च नहीं, ये सारे हिंदुस्तान दे विच
ਇਹੀ ਗੱਲ ਇਹ ਫੈਲੀ ਹੋਈ ਹੈ ਹੁਣ, ਜਿਹਦੇ ਨਾਲ ਹਰ ਸੂਬੇ ਦੇ ਵਿੱਚ ਇਹ ਹੁਣ ਮਹਿਸੂਸ ਹੋ ਰਿਹਾ ਹੈ ਕਿ ਸਾਨੂੰ ਟੈਸਟਿੰਗ ਦੀ ਘਾਟ ਹੈ। ਸੋ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਟੈਸਟਿੰਗ ਦੀਆਂ। ਅਸੀਂ ਸਾਰੇ ਮਹਿਸੂਸ ਕਰਦੇ ਹਾਂ, ਮੇਰਾ ਖਿਆਲ ਕੋਈ ਸੂਬਾ ਨਹੀਂ ਜਿਹੜਾ ਮਹਿਸੂਸ ਨਹੀਂ ਕਰਦਾ। ਗਵਰਨਮੈਂਟ ਆਫ ਇੰਡੀਆ ਵੀ ਮਹਿਸੂਸ ਕਰਦੀ ਹੈ ਔਰ ਸਾਡੀ ਕੋਸ਼ਿਸ਼ ਹੋ ਰਹੀ ਹੈ ਕਿ ਅਸੀਂ ਇਹ ਟੈਸਟਿੰਗ ਦੇ ਸਾਧਨ ਵਧਾਈਏ ਔਰ ਉਹਦੇ ਵਾਸਤੇ ਅਸੀਂ ਨਵੀਂ ਮਸ਼ੀਨਰੀ, ਨਵੀਂ ਇਕੁਇਪਮੈਂਟ ਜਿਹੜੀ ਚਾਹੀਦੀ ਹੈ ਸਾਡੇ ਲੈਬੋਰਟਰੀਜ਼ ਵਾਸਤੇ, ਨਵੀਆਂ ਲੈਬੋਰਟਰੀਆਂ ਔਰ ਟੈਸਟਿੰਗ ਦਾ ਜਿਹੜਾ ਸਮਾਨ ਹੈ ਉਹ ਸਾਰਾ ਅਸੀਂ ਹੁਣ ਮੰਗਵਾਇਆ ਹੋਇਆ ਔਰ ਉਹ ਆਏਗਾ ਔਰ ਅਸੀਂ ਇਸ ਨੂੰ ਵਧਾਉਣਾ ਚਾਹੁੰਦੇ। ਲੇਕਿਨ ਜੈਸੇ ਮੈਨੇ ਕਿਹਾ, ਇਹ ਪੂਰੇ ਹਿੰਦੁਸਤਾਨ 'ਚ ਆਪਾਂ ਨੂੰ ਟੈਸਟਿੰਗ ਕਰਾਉਣ ਦੀ ਬਹੁਤ ਲੋੜ ਹੈਗੀ ਇਸ ਵੇਲੇ। ਇੱਕ ਹੀ ਤੁਹਾਡਾ ਸਵਾਲ ਸੀ ਕਿ ਡਰਾਈ ਰੈਸ਼ਨ ਸਾਡੇ ਜਿਹੜੇ ਗਰੀਬਾਂ ਨੂੰ ਨਹੀਂ ਮਿਲ ਰਹੇ। ਮੈਨੂੰ ਹੈਰਾਨੀ ਦੀ ਗੱਲ ਹੈ, ਕਿਉਂਕਿ ਜੋ ਅਸੀਂ ਅੱਜ ਪੰਜਾਬ ਦੇ ਵਿੱਚ ਕੀਤਾ ਹੈ, ਮੇਰਾ ਖਿਆਲ ਕਿਸੇ ਸੂਬੇ ਨੇ ਕੀਤਾ ਹੋਇਆ ਨਹੀਂ, ਔਰ ਮੈਂ ਹੋਰਾਂ ਸੂਬਿਆਂ ਦੀ ਗੱਲ ਨਹੀਂ ਕਰ ਸਕਦਾ। ਲੇਕਿਨ ਸਾਡੀ ਆਬਾਦੀ ਮੈਂ ਤੁਹਾਨੂੰ 3 ਕਰੋੜ ਦੱਸ ਰਿਹਾ ਔਰ 2 ਕਰੋੜ ਤੋਂ ਉੱਪਰ ਅਸੀਂ ਗਰੀਬਾਂ ਨੂੰ ਪੈਕੇਟ ਖਾਣੇ ਦੇ ਅਸੀਂ ਦੇ ਚੁੱਕੇ ਉਹਨਾਂ ਦੇ ਕੋਲ। ਉਹਨਾਂ ਦੇ ਇਸ ਤੋਂ ਇਲਾਵਾ ਅਸੀਂ ਕਈਆਂ ਨੂੰ ਜਿਨ੍ਹਾਂ ਦੇ ਕੋਲ ਕੋਈ ਵੀ ਨਹੀਂ ਸੀ, ਉਹ ਰੋਟੀ ਬਣੀ ਹੋਈ ਰੋਟੀ ਖਾਣਾ ਚਾਹੁੰਦੇ ਸੀ, ਉਹ ਵੀ ਦਿਨ ਪਰ ਦਿਨ ਉਹਨਾਂ ਦੇ ਪੈਕੇਟ ਵਧਾਏ ਜਾ ਰਹੇ ਨੇ ਔਰ ਉਹਨਾਂ ਨੂੰ ਦੇ ਰਹੇ ਹਾਂ ਤਾਂ ਕਿ ਉਹਨਾਂ ਨੂੰ ਰੋਟੀ ਉਹ ਸਾਧਨ ਮਿਲ ਸਕਣ। ਲੇਕਿਨ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ, ਇਹ ਕਿਸੇ ਕੋਈ ਰਹਿ ਗਿਆ ਹੋਏ, ਇਹ ਨਹੀਂ ਮੈਨੂੰ ਪਤਾ ਕਿਉਂ ਰਹਿ ਗਿਆ ਹੋਏ, ਕਿਉਂਕਿ ਸਾਡੇ ਪਹਿਲਾਂ ਤਾਂ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਸਾਡੀ ਫੂਡ ਡਿਪਾਰਟਮੈਂਟ, ਸਾਡੇ NGOs, ਸਾਡੇ ਗੁਰਦੁਆਰੇ ਸਾਹਿਬਾਨ, ਸਾਡੇ ਜਿਹੜੇ ਵੀ ਲੱਗੇ ਹੋਏ ਨੇ, ਸਾਰੇ ਲੱਗੇ ਹੋਏ ਨੇ ਇਸੇ ਕੰਮ ਵਿੱਚ ਕਿ ਲੋਕਾਂ ਨੂੰ ਕਿਸੇ ਨੂੰ ਭੁੱਖਾ ਸੌਣ ਹੀ ਨਹੀਂ ਦੇਣਾ ਪੰਜਾਬ ਦੇ ਵਿੱਚ। ਔਰ ਇਹੀ ਸਾਡਾ ਜਵਾਬ ਸੀ ਕਿ ਅਸੀਂ ਕਿਸੇ ਨੂੰ ਪੰਜਾਬ ਦੇ ਵਿੱਚ ਭੁੱਖਾ ਨਹੀਂ ਸੌਣ ਦੇਵਾਂਗੇ। ਸੋ ਇਹ ਪਤਾ ਨਹੀਂ ਮੈਂ ਕਿਉਂ ਹੋਇਆ, ਇਹਨੂੰ ਬੰਦੇ ਥੋੜ੍ਹੀ ਜਿਹੀ ਪੁੱਛਿਆ, ਇਹ ਵੀ ਮੈਂ ਚੈੱਕ ਕਰਾਂਗਾ। ਲੇਕਿਨ ਇਹ ਗੱਲ ਹੈ ਇਹਦੀ। ਤੁਸੀਂ ਇੱਕ ਨੇ ਪੁੱਛਿਆ ਕਿ ਕੱਲ੍ਹ ਅਸੀਂ ਤੁਹਾਡਾ ਨੂਰ ਦੇ ਨਾਲ ਟਿਕਟੋਕ ਸਟਾਰ ਦੇ ਉੱਪਰ ਤੁਹਾਨੂੰ ਦੇਖਿਆ ਸੀ, ਇਹ ਤੁਸੀਂ ਉਸੇ ਮੈਂ ਹੀ ਸੀ। ਤੁਸੀਂ ਮੈਨੂੰ ਪਛਾਣਦੇ ਨਹੀਂ ਕੀ? ਪਛਾਣ ਸਕਦੇ ਹੋ ਤੁਸੀਂ, ਮੈਨੂੰ ਦੇਖ ਸਕਦੇ ਹੋ, ਅਖਬਾਰਾਂ ਤਾਂ ਦਿਖਦੇ ਆ ਔਰ ਮੇਰੀ ਤਸਵੀਰ ਸੀ ਉੱਥੇ ਔਰ ਬੱਚੀ ਨਾਲ ਮੇਰੀ ਗੱਲ ਹੋ ਚੁੱਕੀ। ਤਾਂ ਬੜੀ ਅੱਛੀ ਇੰਟਰੈਕਸ਼ਨ, ਬੜੀ ਕਾਬਿਲ ਬੱਚੀ ਹੈ, ਵਾਹਿਗੁਰੂ ਇਹਨੂੰ ਲੰਬੀ ਉਮਰ ਬਖਸ਼ੇ। ਫਿਰ ਤੁਸੀਂ ਵਾਈ ਡੂ ਨਾਟ ਐਕਸਟੈਂਡ ਸਟ੍ਰਿਕਟ ਕਰਫਿਊ ਰਾਈਟ ਨਾਓ, ਇਹ ਵਾਈ ਤੁਸੀਂ ਕਿਉਂ ਆਪਣੇ ਕਰਫਿਊ ਨੂੰ ਇਸ ਵੇਲੇ ਹੀ ਵਧਾ ਦਿਓ, ਇਹਨੂੰ ਸਲੋਲੀ ਕਿਉਂ ਖੋਲ੍ਹ ਰਹੇ ਹੋ? ਗੱਲ ਇਹ ਹੈ ਕਿ ਬਹੁਤ ਲੋਕ ਨੇ ਜਿਨ੍ਹਾਂ ਦੇ ਛੋਟੇ ਛੋਟੇ ਘਰ ਨੇ, ਉਹਦੇ ਵਿੱਚ 8 ਪੂਰਾ ਪਰਿਵਾਰ ਬੈਠਾ, ਕਿੰਨੀ ਦੇਰ ਬੈਠੇ ਰਹਿਣਗੇ? ਲੋਕ ਦੁਖੀ ਹੋ ਜਾਂਦੇ, ਤੰਗ ਹੋ ਜਾਂਦੇ ਨੇ, ਬਾਹਰ ਜਾਣ ਦੀ ਲੋੜ ਹੁੰਦੀ। ਔਰ ਸਾਨੂੰ ਡਾਕਟਰਾਂ ਨੇ ਕਿਹਾ ਕਿ ਸਾਈਕੋਲੋਜੀਕਲ ਇੰਪੈਕਟ ਪੈ ਜਾਂਦਾ ਬੱਚਿਆਂ 'ਤੇ। ਤੋ ਇਸ ਕਰਕੇ ਜ਼ਰੂਰੀ ਸੀ ਕਿ ਥੋੜ੍ਹੀ ਦੇਰ ਵਾਸਤੇ ਅਸੀਂ ਖੋਲ੍ਹੀਏ। ਇਹ ਜ਼ਰੂਰ ਹੈ ਕਿ ਕੋਵਿਡ ਤੋਂ ਧਿਆਨ ਰੱਖਣਾ ਆਪਾਂ ਨੂੰ ਪਊ, ਲੇਕਿਨ ਇਹ ਵੀ ਜ਼ਰੂਰੀ ਹੈ ਕਿ ਉਹਨਾਂ ਦੀ ਮੈਂਟਲ ਹੈਲਥ ਜਿਹੜੀ ਹੈ ਔਰ ਉਹਨਾਂ ਦੀ ਸਿਹਤ ਨੂੰ ਠੀਕ ਰੱਖਣਾ, ਇਹ ਵੀ ਬਹੁਤ ਸਾਡੇ ਵਾਸਤੇ ਜ਼ਰੂਰੀ ਹੈ। ਤਾਂ ਅਸੀਂ ਖੋਲ੍ਹਿਆ 5 ਘੰਟੇ ਔਰ ਉਹਨਾਂ ਨੂੰ ਬਾਹਰ ਜਾਣ ਦੀ ਰਾਹਤ ਦਿੱਤੀ ਹੈ। ਔਰ ਇੱਕ ਸਮੇਂ ਆਊਗਾ ਸ਼ਾਇਦ ਅੱਗੇ ਨੂੰ, ਅਗਰ ਹਾਲਾਤ ਠੀਕ ਰਹਿਣ, ਕਿ ਅਸੀਂ ਇਹਨੂੰ ਹੋਰ ਵੀ ਅੱਗੇ ਵਧਾ ਸਕਾਂਗੇ। ਲੇਕਿਨ ਇਹ ਤੁਹਾਡੇ ਹੱਥ ਦੇ ਵਿੱਚ ਹੈ। ਅਗਰ ਤੁਸੀਂ ਜਦ ਜਾਓਗੇ ਬਾਹਰ, ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ ਗਈਆਂ ਨੇ ਉਸ 'ਤੇ ਤੁਸੀਂ ਆਪਣਾ ਅਮਲ ਕਰੋਗੇ। ਜੈਸੇ ਹੱਥ ਧੋਣਾ ਜਦ ਵਾਪਸ ਆਓਗੇ, ਜਾਣ ਲੱਗੇ ਮਾਸਕ ਪਾਉਣਾ, ਸ਼ਹਿਰ ਜਦ ਤੁਸੀਂ ਘੁੰਮੋਗੇ ਬਾਜ਼ਾਰਾਂ ਦੇ ਵਿੱਚ, ਬਿਲਕੁਲ ਮਾਸਕ ਦੇ ਬਗੈਰ ਕਿਸੇ ਨੇ ਨਹੀਂ ਜਾਣਾ। ਇਹ ਕਰੋਗੇ। ਫਿਰ ਜੋ ਡਾਕਟਰਾਂ ਨੇ ਹੋਰ ਕਿਹਾ ਤੁਹਾਨੂੰ ਸੋਸ਼ਲ ਡਿਸਟੈਂਸਿੰਗ ਰੱਖਣੀ, ਨਾਲੇ ਹੱਥ ਧੋਣਾ, ਇਹ ਤੁਸੀਂ ਗੱਲਾਂ ਕਰਦੇ ਰਹੋ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਆਪਣਾ ਠੀਕ ਚੱਲੂਗਾ ਔਰ ਉਹ ਰਾਹਤ ਜਿਹੜੀ ਮਿਲੀ ਹੈ ਉਹਦਾ ਸਾਈਕੋਲੋਜੀਕਲੀ ਵੀ ਔਰ ਲੋਕਾਂ ਦੀ ਸਿਹਤ 'ਤੇ ਵੀ ਇਹਦਾ ਠੀਕ ਰਹੂਗਾ। ਇੱਕ ਤੁਹਾਡਾ ਇਹ ਜੋ ਸਵਾਲ ਤਾਂ ਨਹੀਂ, ਲੇਕਿਨ ਤੁਸੀਂ ਆਪਣੀ ਗੱਲ ਕਹੀ ਹੈ ਕਿ ਮੈਂ ਇੱਕ ਕੰਸਟਰਕਸ਼ਨ ਵਰਕਰ ਹੈ ਅਤੇ ਮੈਨੂੰ 6000 ਰੁਪਏ ਮਿਲੇ ਨੇ ਤੁਹਾਡੇ ਪੰਜਾਬ ਸਰਕਾਰ ਤੋਂ। ਧੰਨਵਾਦ ਸਰ। ਇਹ ਧੰਨਵਾਦੀ ਦਾ ਕੋਈ ਧੰਨਵਾਦ ਨਹੀਂ, ਇਹ ਤਾਂ ਤੁਸੀਂ ਤੁਹਾਡਾ ਇਹ ਹੱਕ ਬਣਦਾ ਸੀ। ਔਰ ਅਸੀਂ ਇਹ ਮਾਰਚ ਵਿੱਚ 3000 ਦਿੱਤਾ ਸੀ ਔਰ ਅਪ੍ਰੈਲ 'ਚ 3000 ਅਸੀਂ ਤੁਹਾਨੂੰ ਦਿੱਤਾ ਸੀ। ਇਹ ਤੁਹਾਡੀ ਡਿਊ ਸੀ, ਤੁਸੀਂ ਇੰਨਾ ਕੰਮ ਕਰਦੇ ਹੋ ਔਰ ਮੈਨੂੰ ਖੁਸ਼ੀ ਹੈ ਕਿ ਇਹ ਸਾਰਿਆਂ ਨੂੰ ਪਹੁੰਚ ਗਿਆ ਔਰ ਤੁਸੀਂ ਆਪਣਾ ਕੰਮ ਜੋ ਪੰਜਾਬ ਦੇ ਲਈ, ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਜਿਹੜਾ ਤੁਹਾਡੀ ਮਿਹਨਤ ਹੋਊਗੀ, ਇਹ ਸਾਡੇ ਸੂਬੇ ਨੂੰ ਹੋਰ ਤਕੜਾ ਕਰੋ। ਸਾਡੇ ਡਾਕਟਰ ਬੜੇ ਮਾਹਰ ਨੇ। ਤੁਸੀਂ ਪੁੱਛਿਆ ਹੈ ਕਿ ਸਾਡੇ ਡਾਕਟਰ ਹੈ ਇਹ ਲੜਾਈ ਨਾਲ ਲੜ ਸਕਦੇ ਨੇ? ਡਾਕਟਰ ਤਾਂ ਸਾਰੀ ਇਹਨਾਂ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ, ਜੋ ਸਿਖਲਾਈ ਹੈ, ਜੋ ਸਾਰੀ ਉਮਰ ਦਾ ਤਜਰਬਾ ਹੈ, ਇਹ ਤਾਂ ਸਾਰੀ ਚੀਜ਼ ਨਾਲ ਰੱਖ ਸਕਦੇ ਨੇ। ਲੇਕਿਨ ਦੁਨੀਆ ਨੂੰ ਇਹ ਨਹੀਂ ਪਤਾ ਅੱਜ ਕਿ ਕੋਵਿਡ ਚੀਜ਼ ਕੀ ਹੈ।
ਇਹ ਜਦੋਂ ਉੱਥੋਂ ਪਤਾ ਲੱਗੂਗਾ ਇੱਕ ਵਾਇਰਸ ਹੈ ਸਾਨੂੰ ਪਤਾ ਹੈ, ਲੇਕਿਨ ਕਹਿੰਦੇ ਨੇ ਆਪਣਾ ਉਹ ਮਿਊਟੇਟ ਕਰਦਾ ਰਹਿੰਦਾ, ਬਦਲਦਾ ਰਹਿੰਦਾ ਆਪਣੇ ਆਪ। ਉਸ ਚੀਜ਼ ਨੂੰ ਉਹ ਮਿਊਟੇਸ਼ਨ ਵਾਸਤੇ ਵੀ ਇਹ ਅੱਜ ਤੁਸੀਂ ਦਵਾਈ ਬਣੋ, ਕਦੇ ਉਹਦਾ ਮਿਊਟੇਸ਼ਨ ਕੁਛ ਹੋਰ ਬਣ ਗਈ, ਫਿਰ ਕੋਈ ਹੋਰ ਦਵਾਈ ਭਾਲੋ, ਇਹ ਚੀਜ਼ਾਂ ਚੱਲਦੀਆਂ ਨੇ। ਲੇਕਿਨ ਇਸ ਵੇਲੇ ਸਾਰੀ ਦੁਨੀਆ ਦੀ ਫਾਰਮਾਸਿਊਟੀਕਲ ਕੰਪਨੀਆਂ ਔਰ ਲੈਬੋਰੇਟਰੀਜ਼ ਇਸ ਕੰਮ 'ਚ ਲੱਗੀਆਂ ਹੋਈਆਂ ਨੇ। ਪਤਾ ਲੱਗ ਰਿਹਾ ਇਜ਼ਰਾइल ਨੇ ਕੋਈ ਅੱਗੇ ਕੁਛ ਕੱਢ ਲਿੱਤਾ, ਕੁਛ ਇਹ ਵੀ ਸੁਣਿਆ ਕਿ UK ਦੇ ਵਿੱਚ ਕੁਛ ਨਿਕਲੀਆਂ ਨੇ, ਅਮਰੀਕਾ ਨੇ ਅਨਾਊਂਸ ਕੀਤਾ ਕਿ ਸਾਡੇ ਕੋਲ ਵੀ ਹੈ। ਲੇਕਿਨ ਜਦ ਨੂੰ ਇਹ ਆਉਣਗੀਆਂ ਫੀਲਡ ਦੇ ਵਿੱਚ ਔਰ ਮੈਦਾਨ 'ਚ, ਔਰ ਸਾਡੇ ਹਸਪਤਾਲ ਔਰ ਸਾਡੇ ਕੈਮਿਸਟ ਦੀ ਦੁਕਾਨਾਂ ਦੇ ਵਿੱਚ, ਉਹਨੂੰ ਲੱਗ ਜੂਗਾ 4-5 ਮਹੀਨੇ। ਸੋ ਉਦੋਂ ਤਾਈਂ ਸਾਡੇ ਡਾਕਟਰ ਬੜੇ ਕਾਬਲ ਤਰੀਕੇ ਨਾਲ ਇਸ ਨੂੰ ਸਾਂਭ ਰਹੇ ਨੇ। ਪਰ ਉਹਨਾਂ ਦਾ ਸੋਸ਼ਲ ਡਿਸਟੈਂਸਿੰਗ ਦਾ ਕੀ ਮਤਲਬ ਹੈ? ਕਾਰਨ ਕਿਉਂ? ਕਿਉਂਕਿ ਅਸੀਂ ਦੂਰ ਰੱਖਣਾ ਚਾਹੁੰਦੇ ਹਾਂ ਇਹ ਆਪਣੇ ਲੋਕਾਂ ਨੂੰ ਇਸ ਬਿਮਾਰੀ ਤੋਂ। ਇੱਕ ਵਾਰ ਉਹ ਬਿਮਾਰੀ ਆ ਜੇ, ਅਗਰ 2-3 ਮਹੀਨਿਆਂ ਬਾਅਦ ਆ ਜੇ ਔਰ ਸਾਡੇ ਕੋਲ ਵੈਕਸੀਨ ਹੈ, ਫਿਰ ਤਾਂ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ। ਲੇਕਿਨ ਜਦੋਂ ਤਾਈਂ ਉਹ ਵੈਕਸੀਨ ਔਰ ਉਹ ਦਵਾਈਆਂ ਤਿਆਰ ਨਹੀਂ ਹੁੰਦੀਆਂ, ਸੋਸ਼ਲ ਡਿਸਟੈਂਸਿੰਗ ਔਰ ਡਾਕਟਰ ਕਹਿੰਦੇ ਨੇ ਤਾਂ ਕਿ ਤੁਹਾਨੂੰ ਇਹ ਬਿਮਾਰੀ ਲੱਗੇ ਨਾ। ਔਰ ਇਸ ਕਰਕੇ ਤੁਸੀਂ ਇਹਦਾ ਧਿਆਨ ਰੱਖੋ ਔਰ ਤੁਸੀਂ ਡਾਕਟਰ ਜੋ ਕਿਹਾ ਕਹੋ, ਔਰ ਵਾਹਿਗੁਰੂ ਕਰੇ ਇਹ ਦਵਾਈ ਨਿਕਲ ਆਉਣੀ ਹੈ ਕੁਛ ਮਹੀਨਿਆਂ 'ਚ, ਔਰ ਫਿਰ ਆਪਾਂ ਸਾਰਿਆਂ ਨੂੰ ਸੁਰੱਖਿਅਤ ਕਰ ਸਕਾਂਗੇ। ਮੇਰੀ ਕੋਸ਼ਿਸ਼ ਹੁੰਦੀ ਆ ਹਰ ਵੇਲੇ, ਔਰ ਕਈਆਂ ਨਾਲ ਮੈਂ ਗੱਲ ਕੀਤੀ ਹੋਣੀ ਆ ਆਪਣੇ ਇਸ ਫੋਨ ਦੇ ਉੱਪਰ। ਮੇਰਾ ਖਿਆਲ ਡੇਲੀ ਮੇਰੇ ਕੋਲ ਕੋਈ 400-500 ਕੋਈ ਸਵਾਲ ਆਉਂਦੇ ਨੇ। ਹੁਣ 400-500 ਦਾ ਤਾਂ ਮੈਂ ਜਵਾਬ ਦੇ ਨਹੀਂ ਸਕਦਾ, ਤੁਹਾਨੂੰ ਪਤਾ ਹੈ, ਨਹੀਂ ਤਾਂ ਮੇਰਾ ਸਾਰਾ ਕੰਮ ਟੈਲੀਫੋਨ 'ਤੇ ਹੀ ਲੱਗ ਜੂਗਾ ਔਰ ਮੈਂ ਕੋਈ ਸਰਕਾਰ ਦਾ ਕੰਮ ਹੀ ਨਹੀਂ ਕਰ ਸਕੂੰ। ਲੇਕਿਨ ਇਹ ਜਿਹੜਾ ਹੈ, ਇਹਦੇ ਵਿੱਚੋਂ ਕੁਛ ਗੱਲਾਂ ਜਿਹੜੀਆਂ ਹੁੰਦੀਆਂ ਨੇ ਮੇਰੇ ਕੋਲ ਅੱਜ ਆਈਆਂ ਨੇ ਔਰ ਅੱਜ ਸ਼ੁਰੂਆਤ ਕੀਤੀ ਹੈ। ਔਰ ਹਰ ਹਫਤੇ ਦਾ ਤੁਹਾਡੇ ਨਾਲ ਇੱਕ ਦਿਨ ਮੈਂ ਲਾਵਾਂਗਾ। ਸਾਰੇ ਜੈਸੇ ਸਵਾਲ ਹੈ ਕੁਛ ਤਾਂ ਮੈਂ ਦੇ ਦੇਣਾ ਟੈਲੀਫੋਨ 'ਤੇ ਹੀ, ਪਰ ਜਿਹੜੇ ਬਾਕੀ ਸਵਾਲ ਰਹਿ ਜਾਂਦੇ ਨੇ, ਕੁਝ ਅਹਿਮ ਸਵਾਲ ਮੈਂ ਸਮਝਦਾ ਉਹ ਤੁਹਾਡੇ ਨਾਲ ਮੈਂ ਇੱਕ ਵਾਰ ਹਫਤੇ 'ਚ ਜ਼ਰੂਰ ਗੱਲ ਕਰਾਂ।